कबीर ना मोह ना छापरी ना मोह ना छापरी ना मोह सके शरीर ना कर सके
मोहे छाप वीर ना मोहे छाप ना छापरी ना मोहे कर नहीं गा ना मोहे कर नहीं गा मत हर पूछे कौन है मत हर पूछे कौन है मेरे जात नाम मोहे ना छपरी ना मोहे कर नहीं गाऊं ना मोहे कर नहीं गाऊं ना मोहे कर नहीं गाऊं। ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਸ਼ਲੋਕ ਗਾਇਨ ਕੀਤਾ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦੇ ਜਿੱਥੇ ਸਾਰੇ ਸ਼ਲੋਕ ਲਿਖੇ ਹੋਏ ਹਨ ਉਹਨਾਂ ਵਿੱਚ ਅਸੀਂ 60, 61 ਅਤੇ 62 ਨੰਬਰ ਸ਼ਲੋਕ ਨੂੰ ਗਾਇਨ ਕੀਤਾ। ਉੱਥੇ ਕਬੀਰ ਸਾਹਿਬ ਦੇ ਕਰੀਬਨ 242-43 ਸ਼ਲੋਕ ਲਿਖੇ ਗਏ ਹਨ ਉਸ ਪੂਰੇ ਪ੍ਰਕਰਣ ਵਿੱਚ, ਜਿਨ੍ਹਾਂ ਵਿੱਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ। ਇਸ ਦੀ ਬਾਣੀ ਦੀ ਬਣਤਰ ਹੈ। ਅਸੀਂ ਜੇਕਰ ਹਰ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਦੇ ਹਾਂ ਟੂਕ ਮਾਤਰ ਕਿ ਬਾਣੀ ਦੀ ਬਣਤਰ ਨੂੰ ਜ਼ਰੂਰ ਸਮਝਿਆ ਕਰੀਏ। ਭਾਵੇਂ ਕਈ ਸੱਜਣਾਂ ਨੂੰ ਪਤਾ ਹੁੰਦਾ ਹੈ, ਸੰਗਤਾਂ ਬਹੁਤ ਖੋਜ ਕਰਦੀਆਂ ਹਨ, ਲੇਕਿਨ ਕਈ ਸੱਜਣ ਆ ਕੇ ਕਹਿੰਦੇ ਨੇ ਕਿ ਸਾਨੂੰ ਅੱਜ ਇਹ ਗੱਲ ਨਵੀਂ ਸਮਝ ਵਿੱਚ ਆਈ, ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਸਾਂਝ ਕਰੀਏ। ਬਾਣੀ ਦੀ ਬਣਤਰ ਵਿੱਚ ਅਸੀਂ ਦੇਖਦੇ ਹਾਂ ਜਦੋਂ ਗੁਰੂ ਪਾਤਸ਼ਾਹ ਸ਼ਬਦਾਂ ਵਿੱਚ ਰਹਾਉ ਲਿਖਦੇ ਨੇ ਤੇ ਸ਼ਬਦ ਦਾ ਰਹਾਉ ਸੈਂਟਰਲ ਆਈਡੀਆ ਹੁੰਦਾ ਹੈ। ਵਿਸ਼ਰਾਮ, ਪੌਜ਼, ਰੁਕੋ, ਠਹਿਰੋ। ਸਿਰਫ ਉਚਾਰਨ ਕਰਨ ਤੱਕ ਰੁਕਣਾ ਔਰ ਠਹਿਰਨਾ ਹੀ ਨਹੀਂ ਹੈ। ਰੁਕੋ, ਠਹਿਰੋ ਅਤੇ ਜਿਹੜੀ ਪੰਕਤੀ ਪੜ੍ਹ ਕੇ ਆਏ ਹੋ ਜਿਸ ਤੋਂ ਬਾਅਦ ਰਹਾਉ ਲਿਖਿਆ ਗਿਆ ਇਸ ਨੂੰ ਵਿਚਾਰੋ। ਇਹ ਸਾਰੇ ਸ਼ਬਦ ਦਾ ਭਾਵ ਅਰਥ ਹੈ, ਦੇ ਅੰਦਰ ਐਸੈਂਸ ਹੈ, ਸੈਂਟਰਲ ਆਈਡੀਆ ਹੈ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਸ਼ਬਦਾਂ ਦੇ ਸਿਰਲੇਖਾਂ ਤੇ ਸਾਨੂੰ ਲਿਖਿਆ ਮਿਲਦਾ, ਫਰਜ਼ ਕਰੋ ਸੂਰਠ ਮਹਿਲਾ ਪਹਿਲਾ, ਭਾਵ ਸੂਰਠ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਇਹ ਅਸੀਂ ਸਭ ਜਾਣਦੇ ਹਾਂ, ਲੇਕਿਨ ਜਿਤਨਾ ਅਸੀਂ ਜਾਣਦੇ ਹਾਂ ਉਤਨਾ ਜੇਕਰ ਅਸੀਂ ਆਪਣੀ ਸਮਝ ਸੂਝ-ਬੂਝ ਵਾਸਤੇ ਹੋਰ ਗੁਰਬਾਣੀ 'ਚੋਂ ਖੋਜੀਏ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪੜ੍ਹਦੇ ਹਾਂ, ਦੇਖਦੇ ਹਾਂ, ਸਮਝਦੇ ਹਾਂ ਅਤੇ ਉਹ ਜੋ ਕੁਝ ਮਿਲਦਾ ਹੈ ਸਾਨੂੰ ਉਹਦੇ ਨਾਲ ਬਾਣੀ ਦੀ ਬਣਤਰ ਦੀ ਜ਼ਿਆਦਾ ਸਮਝ ਆਉਂਦੀ ਹੈ। ਔਰ ਜਿਉਂ-ਜਿਉਂ ਬਾਣੀ ਦੀ ਬਣਤਰ ਦੀ ਸਮਝ ਆਉਂਦੀ ਹੈ ਤਿਉਂ-ਤਿਉਂ ਅਸੀਂ ਉਸ ਦੇਸ਼ ਵੱਲ ਜਾਣਾ ਸ਼ੁਰੂ ਕਰਦੇ ਹਾਂ। ਉਹ ਸਾਡੀ ਯਾਤਰਾ ਸ਼ੁਰੂ ਹੁੰਦੀ ਹੈ ਜਿਹਨੂੰ ਅਸੀਂ ਪਰਲੋਕ ਕਹਿੰਦੇ ਹਾਂ, ਜਿਸ ਨੂੰ ਅਸੀਂ ਵੈਕੁੰਠ ਕਹਿੰਦੇ ਹਾਂ, ਜਿਸ ਨੂੰ ਅਸੀਂ ਪੈਰਾਡਾਈਜ਼ ਜਾਂ ਸਵਰਗ ਕਹਿੰਦੇ ਹਾਂ, ਜਾਂ ਜਿਸ ਨੂੰ ਅਸੀਂ ਰੱਬ ਜੀ ਦਾ ਦੇਸ਼ ਕਹਿੰਦੇ ਹਾਂ। ਜੀਂਦੇ ਜੀ, ਵੀ ਆਰ ਡਾਇਰੈਕਟਿਡ ਟੂਵਰਡਸ ਦੈਟ ਡਾਇਰੈਕਸ਼ਨ। ਅਸੀਂ ਆਪਣੇ ਆਪ ਵਿੱਚ ਆਪ ਮੁਹਾਰੇ ਆਪਣੇ ਜੀਵਨ ਕਰਕੇ ਸਾਨੂੰ ਉਹ ਯਾਤਰਾ, ਉਹ ਜੀਵਨੀ, ਉਹ ਜਰਨੀ ਪ੍ਰਾਪਤ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਕਿਸ ਪਾਸੇ ਦੀ ਗੱਲ ਕਰ ਰਹੇ ਨੇ। ਸੋ ਬਾਣੀ ਦਾ ਮੇਨ ਕਨਸੈਪਟ ਹੈ ਕਿ ਮਾਧੋ ਹਮ ਐਸੇ ਤੂੰ ਐਸਾ। ਰੱਬ ਜੀ ਸਾਡਾ ਔਰ ਤੁਹਾਡਾ ਨਾ ਕੰਟਰਾਸਟ ਹੈ, ਬਿਲਕੁਲ ਸਾਡਾ ਔਰ ਤੁਹਾਡਾ ਉਲਟ ਜੀਵਨ ਹੈ। ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਅਸੀਂ ਅਵਗੁਣਿਆਰੇ ਹਾਂ ਔਰ ਤੁਸੀਂ ਅਵਗੁਣ ਦੂਰ ਕਰਦੇ ਹੋ। ਹਮ ਪਾਪੀ
तुम पाप खंडन नीको ठाकुर देशा। ਤੁਹਾਡਾ ਜਿਹੜਾ ਦੇਸ਼ ਹੈ ਨਾ ਉਹ ਨੀਕਾ ਹੈ, ਚੰਗਾ ਹੈ। ਰੱਬ ਜੀ ਤੁਹਾਡਾ ਦੇਸ਼ ਮੈਨੂੰ ਬੈਲੈਂਸ ਅਵਸਥਾ ਸਿਖਾਉਂਦਾ ਹੈ। ਠਾਕੁਰ ਦਾ ਮਤਲਬ ਕੀ ਹੁੰਦਾ ਹੈ? ਠਾਕ ਉਰ, ਮੇਰਾ ਜਿਹੜਾ ਉਰ ਹੈ ਹਿਰਦਾ, ਉਸ ਨੂੰ ਠਾਕ ਕੇ ਰੱਖਦਾ ਹੈ। ਠਾਕ ਲਫ਼ਜ਼ ਆਇਆ ਹੈ ਸਾਦਰੀ ਭਾਸ਼ਾ 'ਚ। ਸਾਦਰੀ ਲੈਂਗੁਏਜ ਵਿੱਚ ਠਾਕ ਦਾ ਮਤਲਬ ਹੁੰਦਾ ਹੈ ਰੋਕ ਕੇ ਰੱਖਣਾ। ਮੇਰੇ ਉਰ ਨੂੰ, ਭਾਵ ਮੇਰੇ ਹਿਰਦੇ ਨੂੰ, ਭਾਵ ਮੇਰੇ ਦਿਲ ਨੂੰ, ਮੇਰੇ ਮਨ ਨੂੰ, ਮਨ ਡਿੱਗਦਾ ਜਾਂਦਾ ਹੈ, ਇਸ ਨੂੰ ਥੱਲੇ ਥੰਮੀ ਦੇਣਾ, ਆਧਾਰ ਦੇਣਾ, ਫਾਊਂਡੇਸ਼ਨ ਦੇਣਾ, ਤਾਂ ਕਿ ਇਸ ਤਰ੍ਹਾਂ ਨਾ ਡਿੱਗੇ। ਕਬੂ ਜਿਹੜਾ ਊਪ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤਾ ਚਾਰੇ ਕੁੰਡਾ ਪਾਲੇ। ਇਸ ਕਰਕੇ ਇਸ ਨੂੰ ਟਿਕਾ ਦੇਣ ਵਾਸਤੇ ਤੁਹਾਡੀ ਨਾ ਹਰ ਮਤ, ਤੁਹਾਡਾ ਹਰ ਚੰਗਾ ਚੰਗਾ ਗੁਣ ਮੇਰੇ ਉਰ ਨੂੰ ਠਾਕ ਕੇ ਰੱਖਦਾ ਹੈ, ਟਿਕਾ ਕੇ ਰੱਖਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਰੱਬ ਜੀ ਦੇ ਦੇਸ਼ ਦੀ ਜਦੋਂ ਵੀ ਗੱਲ ਹੋਏਗੀ ਤਾਂ ਸਾਨੂੰ ਉਸ ਦੇਸ਼ ਦੀ ਪਹਿਲਾਂ ਯਾਤਰਾ ਸਮਝ ਆਉਣੀ ਚਾਹੀਦੀ ਹੈ ਅਤੇ ਉਸ ਦੇਸ਼ ਦੇ ਕਿਹੜੇ ਗੁਣ ਹਨ ਉਹ ਸਮਝ ਆਉਣੇ ਚਾਹੀਦੇ ਨੇ। ਜਿਸ ਇਨਸਾਨ ਨੂੰ ਉਹ ਗੁਣ ਪਸੰਦ ਆਉਣਗੇ ਉਹ ਉਸ ਪਾਸੇ ਜਾਣਾ ਚਾਹੇਗਾ। ਜਿਸ ਨੂੰ ਪਸੰਦ ਹੀ ਆਉਣਗੇ ਨਹੀਂ, ਉਸ ਨੂੰ ਰੱਬ ਜੀ ਨਾਲ, ਧਰਮ ਨਾਲ, ਮਜ਼ਹਬ ਨਾਲ ਕੁਛ ਲੈਣਾ ਦੇਣਾ ਹੀ ਨਹੀਂ ਹੈ। ਵਨ ਡਜ਼ਨਟ ਨੀਡ ਐਨੀ ਸਪਿਰਿਚੁਅਲਿਟੀ। ਕਿਸੇ ਨੂੰ ਕੋਈ ਰੂਹਾਨੀਅਤ ਦੀ ਗੱਲ ਕਰਨ ਦਾ ਸ਼ੌਂਕ ਹੀ ਨਾ ਹੋਵੇ, ਉਹਨੂੰ ਜੀਣਾ ਹੀ ਨਾ ਚਾਹੁੰਦਾ ਹੋਵੇ, ਉਹ ਉਹਨਾਂ ਗੁਣਾਂ ਨੂੰ ਰਿਕਗਨਾਈਜ਼ ਹੀ ਨਹੀਂ ਕਰਦਾ। ਦੋਜ਼ ਹੂ ਡੋਂਟ ਰਿਕਗਨਾਈਜ਼ ਦਾ ਮੋਰਲਸ, ਆਈਡੀਅਲਸ, ਉਹ ਉਹਨਾਂ ਦੀ ਗੱਲ ਵੀ ਨਹੀਂ ਕਰਦੇ ਨੇ, ਉਹ ਉਸ ਨੂੰ ਪਸੰਦ ਵੀ ਨਹੀਂ ਕਰਦੇ ਨੇ ਉਹ ਗੱਲਾਂ ਨੂੰ। ਜੋ ਪਸੰਦ ਕਰਦਾ ਹੈ ਉਹ ਉਹਨਾਂ ਗੁਣਾਂ ਨੂੰ ਐਡੋਪਟ ਕਰਨਾ ਚਾਹੁੰਦਾ ਹੈ। ਉਹਨਾਂ ਗੁਣਾਂ ਨੂੰ ਅਪਣਾਉਣ ਦਾ ਜਿਹੜਾ ਤਰੀਕਾ ਹੈ ਨਾ, ਇਸ ਨੂੰ ਯਾਤਰਾ ਕਹਿੰਦੇ ਆ। ਉਸ ਪਾਸੇ ਦੀ ਯਾਤਰਾ, ਉਸ ਪਾਸੇ ਦਾ ਟੁਰ ਪੈਣਾ, ਰੱਬ ਜੀ ਦੇ ਗੁਣ ਪਸੰਦ ਆਉਣ। ਇਹਦਾ ਮਤਲਬ ਆਪੇ ਹੀ ਗੱਲ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਗੁਰਮਤਿ 'ਚ ਰੱਬ ਦਾ ਮਤਲਬ ਹੈ ਚੰਗੇ ਚੰਗੇ ਗੁਣ ਦੀ ਸੋਰਸ। ਇੰਗਲਿਸ਼ ਵਾਲਿਆਂ ਨੂੰ ਵਿਜ਼ਡਮ ਕਹਿੰਦੇ ਨੇ। ਉਹਨਾਂ ਦੀ ਵਿਜ਼ਡਮ ਦੀ ਕੀ ਡੈਫੀਨੇਸ਼ਨ ਹੈ ਮੈਨੂੰ ਨਹੀਂ ਪਤਾ, ਪਰ ਮੈਨੂੰ ਇਹ ਸਮਝ ਆਇਆ ਜੋ ਵੀ ਧਾਰਮਿਕਤਾ ਹੈ ਨਾ, ਉਹ ਜਿੱਥੋਂ ਮਿਲਦੀ ਹੈ ਗੁਰਮਤਿ 'ਚ ਉਹਨੂੰ ਰੱਬ ਜੀ ਕਹਿੰਦੇ ਨੇ, ਰੱਬ ਜੀ ਦਿੰਦੇ ਨੇ। ਤੇ ਉਹ ਇੱਛਾ ਪੂਰੀਆਂ ਕਰਦੇ ਨੇ। ਇਸ ਕਰਕੇ ਮੇਰੀ ਇੱਛਾਵਾਂ ਸਾਰੀਆਂ ਬੈਠੀਆਂ ਨੇ ਮੇਰੇ ਮਨ ਵਿੱਚ, ਤੇ ਮੇਰੇ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਰੱਬ ਜੀ ਮੈਨੂੰ ਉਹ ਵਾਲੀ ਸੁਮਤ ਬਖਸ਼ਦੇ ਨੇ। ਮੇਰੀ ਇੱਛਾ ਕੀ ਹੈ? ਮੈਂ ਤੁਹਾਡੇ ਦੇਸ਼ ਜਾਣਾ ਚਾਹੁੰਦਾ ਹਾਂ ਜੀਂਦੇ ਜੀ। ਸਰੀਰਕ ਤੌਰ 'ਤੇ ਮਰਨ ਤੋਂ ਬਾਅਦ ਤੇ ਮੈਨੂੰ ਪਤਾ ਹੀ ਨਹੀਂ ਹੈ। ਹੁਣੇ ਮੈਂ ਜੀਂਦੇ ਜੀ, ਆਈ ਵਾਂਟ ਟੂ ਰੈਲਿਸ਼। ਮੈਂ ਤੁਹਾਡੇ ਗੋਡਲੀ ਕੁਆਲਿਟੀਜ਼ ਦੇ ਰੱਬੀ ਗੁਣ ਜੀਣਾ ਚਾਹੁੰਦਾ। ਤੇ ਜੋ ਜੀਣਾ ਚਾਹੁੰਦਾ ਉਸ ਦੇਸ਼ ਦੀ ਯਾਤਰਾ ਕਰਦਾ ਹੈ। माधो हम ऐसे तू ऐसा, हम पापी तुम पाप खंडा, नीको ठाकुर देशा। आपका देश बहुत जोरदार है भगवान जी, रब जी, खुदा जी, अल्लाह जी, वाहिगुरु जी। ਤੁਹਾਡਾ ਦੇਸ਼ ਇੰਨਾ ਚੰਗਾ, ਮੈਂ ਉਸ ਦੇਸ਼ ਜਾਣਾ ਚਾਹੁੰਦਾ। ਤਾਂ ਉਸ ਦੇਸ਼ ਜਾਣ ਵਾਸਤੇ ਜਿਹੜੀ ਹਿਦਾਇਤ, ਜਿਹੜੀ ਡਾਇਰੈਕਸ਼ਨਸ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਗਈ ਹੈ, ਉਸ ਦੇ ਬਾਰੇ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਜੋ ਬਾਣੀ ਦੀ ਬਣਤਰ ਅਸੀਂ ਸਮਝਦੇ ਹਾਂ, ਔਰ ਅਸੀਂ ਕਿਤਨੇ ਹੀ ਵਡਭਾਗੇ ਹਾਂ ਕਿ ਗੁਰੂ ਸਾਹਿਬ ਨੇ ਜਿਹੜੀ ਬਾਣੀ ਉਚਾਰੀ, ਉਹ ਲਿਖੀ, ਔਰ ਉਸ ਨੂੰ ਅਸੀਂ ਕਹਿ ਸਕਦੇ ਹਾਂ ਫਸਟ ਹੈਂਡ ਡਾਕੂਮੈਂਟ ਪਿਓਰੈਸਟ ਫਾਰਮ ਵਿੱਚ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਅਵੇਲੇਬਲ ਹੈ। ਪਿਓਰ ਫਾਰਮ ਵਿੱਚ ਪੂਰੀ ਦੁਨੀਆ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਅਵੇਲੇਬਲ ਹੈ। ਸਾਡਾ ਫਰਜ਼ ਬਣਦਾ ਹੈ ਅਸੀਂ ਇਸ ਨੂੰ ਪੜ੍ਹੀਏ, ਅਸੀਂ ਇਸ ਨੂੰ ਸਮਝੀਏ। ਸੋ ਬਾਣੀ ਦੀ ਬਣਤਰ ਦੀ ਮੈਂ ਗੱਲ ਕਰ ਰਿਹਾ ਸੀ ਕਿ ਬਾਣੀ ਦੀ ਬਣਤਰ ਵਿੱਚ ਜਦੋਂ ਰਾਗ ਲਿਖਿਆ ਹੁੰਦਾ, ਉੱਤੇ ਉਸ ਦਾ ਰਾਗ ਲਿਖਿਆ ਹੁੰਦਾ ਹੈ, ਫਿਰ ਲਿਖਿਆ ਹੁੰਦਾ ਕਿਹੜੇ ਰਾਗ ਤਾਲ ਦੀ ਪਿੱਚ ਦੇ ਘਰ ਵਿੱਚ ਗਾਉਣਾ ਹੈ।
ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇਸ ਤਰੀਕੇ ਨਾਲ ਇਹ ਲਿਖਿਆ ਹੁੰਦਾ ਹੈ। ਫਿਰ ਇਹ ਵੀ ਲਿਖਿਆ ਹੁੰਦਾ ਹੈ ਇਸ ਸ਼ਬਦ ਵਿੱਚ ਪਦੇ ਕਿਤਨੇ ਹਨ, ਇੱਕ ਪਦਾ, ਦੁਪਦਾ, ਤਿਪਦਾ, ਚੌਪਦਾ, ਪੰਜ ਪਦੇ, ਅਸ਼ਟਪਦੀਆਂ, ਇਸ ਤਰੀਕੇ ਨਾਲ ਵੀ ਲਿਖਿਆ ਹੁੰਦਾ ਹੈ ਕਿ ਇਸ ਸ਼ਬਦ ਦੇ ਅੰਦਰ ਕਿਤਨੇ ਪਦੇ ਮੀਨਸ ਕਿਤਨੇ ਸਟੈਂਜ਼ਾਸ ਹਨ। ਜਿਸ ਨੂੰ ਆਪਣੇ ਗੁਰੂ ਨਾਲ ਪਿਆਰ ਹੈ ਉਹ ਇਸ ਦੀ ਖੋਜ ਕਰਦਾ ਹੈ ਵੀ ਆਪ ਜੀ ਨੇ ਬਾਣੀ ਦੀ ਬਣਤਰ ਕਿਸ ਤਰ੍ਹਾਂ ਬਣਾਈ। ਉਹਨੂੰ ਬਾਹਰਲੇ ਦੇਸ਼ਾਂ 'ਚ ਅਸੀਂ ਸੈਮੀਨਾਰਸ ਅਟੈਂਡ ਕਰਦੇ ਹਾਂ, ਕੰਪਾਈਲੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਜੀ ਕਿਸ ਤਰ੍ਹਾਂ ਕੰਪਾਈਲ ਕੀਤਾ ਗਿਆ ਹੈ, ਕਿਤਨੀ ਸੁਚੱਜੀ ਸੁਜਾਨ ਮੱਤ ਦੇ ਨਾਲ ਅਸੀਂ ਇਸ ਦਾ ਪਾਠ ਕਰਦੇ ਹਾਂ, ਮੁਬਾਰਕ ਹੈ। ਅਸੀਂ ਇਸ ਦਾ ਕੀਰਤਨ ਗਾਇਨ ਕਰਦੇ ਹਾਂ, ਮੁਬਾਰਕ ਹੈ। ਲੇਕਿਨ ਸਿਰਫ ਕੀਰਤਨ ਅਤੇ ਪਾਠ ਤੱਕ ਅਸੀਂ ਮਾਦੂਦ ਨਹੀਂ ਰਹਿੰਦੇ ਹਾਂ, ਕਿਉਂਕਿ ਮੇਰੇ ਸਤਿਗੁਰ ਪਾਤਸ਼ਾਹ ਦਾ ਹੁਕਮ ਹੈ, ਸਤਿਗੁਰ ਨੂੰ ਸਭ ਕੋ ਦੇਖਦਾ ਜੀਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਤੇ ਸ਼ਬਦ ਵਿਚਾਰ ਦਾ ਮਤਲਬ ਸਿਰਫ ਟ੍ਰਾਂਸਲੇਸ਼ਨ ਨਹੀਂ ਹੁੰਦਾ, ਸ਼ਬਦ ਵਿਚਾਰ ਦਾ ਮਤਲਬ ਸਿਰਫ ਲੈਕਚਰ ਕਰਨਾ ਨਹੀਂ ਹੁੰਦਾ। ਸ਼ਬਦ ਵਿਚਾਰ ਦਾ ਮਤਲਬ ਹੁੰਦਾ ਹੈ, ਮੰਨ ਲਿਆ ਇੱਥੋਂ ਲੈ ਕੇ ਇੱਥੋਂ ਤੱਕ, ਇੱਥੋਂ ਸ਼ੁਰੂ ਹੋਇਆ, ਸ਼ਬਦ ਉਚਾਰਨ ਕਰਨਾ ਸਿੱਖਿਆ, ਵਿਆਕਰਣ ਸਿੱਖੀ, ਉਸਦੇ ਭਾਵ ਅਰਥ ਅੰਦਰ ਗਿਆ, ਬਣਤਰ ਨੂੰ ਸਿੱਖਿਆ, ਉਹਦੇ ਅਰਥਾਂ ਨੂੰ ਸਮਝਿਆ, ਪੂਰੇ ਸ਼ਬਦ ਨੂੰ ਸਮਝਿਆ ਅਤੇ ਇਸ ਨੂੰ ਸਮਝ ਕੇ ਅਮਲੀ ਤੌਰ 'ਤੇ ਜੀਵਿਆ। ਜਦੋਂ ਅਮਲੀ ਤੌਰ 'ਤੇ ਜੀਣ ਲੱਗ ਪੈਂਦੇ ਆ, ਇੱਥੇ ਤੱਕ ਜਿਹੜਾ ਪੂਰਾ ਪੈਕੇਜ ਬਣਿਆ, ਇਹਨੂੰ ਕਹਿੰਦੇ ਨੇ ਸ਼ਬਦ ਵਿਚਾਰ ਕਰਨਾ। ਸਿਰਫ ਟ੍ਰਾਂਸਲੇਸ਼ਨ ਕਰ ਲੈਣਾ, ਉਹ ਪੰਡਤਾਈ ਸਿਰ 'ਤੇ ਖਰ ਚੰਦਨ ਜਸ ਪਾਰਾ, ਖੋਤੇ ਵਾਂਗੂ ਚੰਦਨ ਚੁੱਕ ਲੈਣਾ, ਉਹਦੀ ਗੱਲ ਨਹੀਂ ਚੱਲ ਰਹੀ ਸ਼ਬਦ ਵਿਚਾਰ ਵਿੱਚ। ਸ਼ਬਦ ਵਿਚਾਰ ਦਾ ਮਤਲਬ ਹੈ ਜੋ ਸੁਣਿਆ, ਜੋ ਪੜ੍ਹਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਉਹਨੂੰ ਅਮਲੀ ਤੌਰ 'ਤੇ ਜੀਵਿਆ, ਤਾਂ ਸ਼ਬਦ ਵਿਚਾਰ ਕੰਪਲੀਟ ਹੁੰਦੀ ਹੈ। ਸੋ ਇਸ ਤੋਂ ਇਲਾਵਾ ਅਸੀਂ ਬਾਣੀ ਦੀ ਬਣਤਰ ਵਿੱਚ ਦੇਖਦੇ ਹਾਂ ਕਿ ਸਾਨੂੰ ਵਾਰਾਂ ਮਿਲਦੀਆਂ ਨੇ ਬਾਣੀ ਵਿੱਚ। ਆਸਾ ਕੀ ਵਾਰ ਅਸੀਂ ਰੋਜ਼ ਸੁਣਦੇ ਹਾਂ। ਵਾਰਾਂ ਪਹਿਲਾਂ ਇਨੀਸ਼ੀਅਲੀ ਪੌੜੀਆਂ ਹੁੰਦੀਆਂ ਸਨ। ਪੌੜੀਆਂ ਆਪਣੇ ਆਪ ਵਿੱਚ ਪੂਰਾ ਪ੍ਰਕਰਣ ਹੁੰਦਾ ਸੀ, ਲੜੀਵਾਰ, ਔਰ ਪੌੜੀਆਂ ਦੇ ਨਾਲ ਪੌੜੀ ਦੀ ਆਖਰੀ ਜਿਹੜੀ ਪੰਕਤੀ ਹੁੰਦੀ ਹੈ ਜਾਂ ਡੇਢ ਪੰਕਤੀ ਜਾਂ ਆਖਰੀ ਛੋਟੀ ਹੁੰਦੀ ਹੈ, ਉਹ ਡੇਢ ਪੰਕਤੀ ਪੌੜੀ ਦਾ ਇੱਕ ਕਿਸਮ ਦਾ ਰਹਾਉ ਹੁੰਦਾ, ਕਿਉਂਕਿ ਪੌੜੀ 'ਚ ਰਹਾਉ ਨਹੀਂ ਹੁੰਦਾ। ਪੌੜੀ ਦੀ ਆਖਰੀ ਪੰਕਤੀ ਪਹਿਲਾਂ ਸਮਝਣੀ ਬੜੀ ਜ਼ਰੂਰੀ ਹੁੰਦੀ ਹੈ। ਉਹਦੇ ਨਾਲ ਪੌੜੀ ਦੇ ਬਾਰੇ ਸਮਝ ਆਉਂਦਾ ਹੈ ਅਤੇ ਪੌੜੀ ਨੂੰ ਖੁੱਲ੍ਹ ਕੇ ਸਮਝਣ ਵਾਸਤੇ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਤਰੀਕਾ ਹੋਰ ਅਪਣਾਇਆ, ਸ਼ਲੋਕ ਲਗਾ ਦਿੱਤੇ। ਜਦੋਂ ਅਸੀਂ ਆਸਾ ਕੀ ਵਾਰ ਸੁਣਾਂਗੇ ਨਾ, ਉਹਦੇ 'ਚ ਆਏਗਾ ਵਾਰ ਸ਼ਲੋਕਾਂ ਨਾਲ। ਅਤੇ ਫਿਰ ਇਹ ਵੀ ਦੱਸਿਆ ਇਹ ਸ਼ਲੋਕ ਕਿਹਦੇ ਲਿਖੇ ਹੋਏ ਨੇ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਆਸਾ ਕੀ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਲਿਖੀ ਹੋਈ ਹੈ, ਲੇਕਿਨ ਇਸ ਦੇ ਨਾਲ ਜਿਹੜੇ ਸ਼ਲੋਕ ਹਨ ਉਹ ਵੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਰਜ ਕੀਤੇ ਗਏ ਨੇ। ਸ਼ਲੋਕ ਸਾਰੇ ਉਸ ਪੌੜੀ ਨੂੰ ਪਰਟੇਨ ਕਰਦੇ ਨੇ, ਉਸ ਕੰਟੈਕਸਟ ਨੂੰ ਐਕਸਪਲੋਰ ਕਰਕੇ ਖੋਲ੍ਹ ਕੇ ਸਾਨੂੰ ਸਮਝਾਉਂਦੇ ਨੇ। ਇਹਦਾ ਮਤਲਬ ਪੌੜੀ ਥੱਲੇ ਲਿਖੀ ਹੋਈ ਹੈ, ਉੱਪਰ ਸ਼ਲੋਕ ਲਿਖਿਆ ਹੋਇਆ। ਜੇ ਅਸੀਂ ਸਾਰੇ ਸ਼ਲੋਕ ਨੂੰ ਸਮਝਣਾ ਹੈ, ਪੌੜੀ ਨੂੰ ਸਮਝ ਲਈਏ ਔਰ ਸ਼ਲੋਕਾਂ ਨੂੰ ਸਮਝ ਕੇ ਆਈਏ ਤਾਂ ਪੂਰਾ ਸੈੱਟ ਸਮਝ ਆਉਂਦਾ ਹੈ। ਇਹ ਉਹਦੀ ਬਣਤਰ ਦਾ ਇੱਕ ਢੰਗ। ਪਰ ਕੁਝ ਸ਼ਲੋਕ ਵਾਰਾਂ ਨਾਲ ਨਹੀਂ ਹਨ। ਉਹ ਸਾਰੇ ਸ਼ਲੋਕਾਂ ਨੂੰ ਇਕੱਤਰ ਕਰਕੇ ਗੁਰੂ ਸਾਹਿਬ ਨੇ ਅਖੀਰੀ 'ਚ ਇੱਕ ਹੋਰ ਸਿਰਲੇਖ ਬਣਾ ਦਿੱਤਾ, ਜਿਹਦਾ ਨਾਂ ਰੱਖਿਆ ਸ਼ਲੋਕ ਵਾਰਾਂ ਤੇ ਵਧੀਕ। ਉਹ ਟੌਪਿਕ ਗੁਰੂ ਗ੍ਰੰਥ ਸਾਹਿਬ ਵਿੱਚ ਅਖੀਰ ਤੇ ਜਾ ਕੇ ਲਗਾ ਦਿੱਤਾ। ਇਸ ਤਰ੍ਹਾਂ ਇਹ ਬਣਤਰ। ਫਿਰ ਅਸੀਂ ਕਬੀਰ ਜੀ ਦੇ ਸ਼ਬਦ ਪੜ੍ਹਦੇ ਹਾਂ। ਕਬੀਰ ਜੀ ਦੇ ਸ਼ਬਦਾਂ ਦੀ ਇੱਕ ਤਾਂ ਵਡਿਆਈ ਅਸੀਂ ਦੇਖੀਏ ਕਿ ਜਦੋਂ ਬਾਣੀ ਦੀ ਬਣਤਰ ਦਾ ਨਵਾਂ ਰਾਗ ਸ਼ੁਰੂ ਹੋਏਗਾ, ਗੁਰੂ ਗ੍ਰੰਥ ਸਾਹਿਬ ਦਾ ਨਵਾਂ ਅੰਗ ਸ਼ੁਰੂ ਹੋਏਗਾ, ਹਮੇਸ਼ਾ ਫਰੈਸ਼ ਨਿਊ ਅੰਗ ਤੋਂ, ਨਵੇਂ ਪੇਜ ਤੋਂ ਸ਼ੁਰੂ ਹੋਏਗਾ ਜਦੋਂ ਵੀ, ਔਰ ਉਹਦਾ ਕਲਰ ਚੇਂਜ ਹੋ ਜਾਏਗਾ। ਨਵੇਂ ਪੜ੍ਹਨ ਵਾਲੇ ਨੂੰ ਸਮਝ ਆਵੇ ਕਿ ਨਵਾਂ ਟੌਪਿਕ ਸ਼ੁਰੂ ਹੋਣ ਲੱਗਾ ਹੈ, ਨਵਾਂ ਰਾਗ ਸ਼ੁਰੂ ਹੋਣ ਲੱਗਾ ਹੈ। ਕਾਗਜ਼ ਦੇ ਉੱਤੇ ਜਿੱਥੇ ਜਿੱਥੇ ਕਲਰ ਵੇਲ ਪਾਈ ਹੋਈ ਹੈ ਉਹਦਾ ਕਲਰ ਚੇਂਜ ਹੋ ਗਿਆ, ਨਵਾਂ ਟੌਪਿਕ ਸ਼ੁਰੂ ਹੋਣ ਲੱਗਾ। ਜਦੋਂ ਵੀ ਨਵਾਂ ਟੌਪਿਕ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੁੰਦਾ ਹੈ। ਜੇ ਗੁਰੂ ਨਾਨਕ ਸਾਹਿਬ ਨੇ ਬੈਰਾੜੀ ਔਰ ਦੇਵਗੰਧਾਰੀ ਜੈਸੇ ਰਾਗਾਂ ਸ਼ਬਦ ਨਹੀਂ ਉਚਾਰਿਆ ਹੋਇਆ
ਤਾਂ ਫਿਰ ਜਿਸ ਗੁਰੂ ਪਾਤਸ਼ਾਹ ਦਾ ਹੁੰਦਾ ਮਹਿਲਾ ਤੀਜਾ ਜਾਂ ਚੌਥਾ ਜਾਂ ਪੰਜਵਾਂ ਦਾ ਉਹਨਾਂ ਦਾ ਹੁੰਦਾ ਹੈ, ਅਤੇ ਮਹਿਲਾ ਨੌਵਾਂ ਦਾ। ਅਤੇ ਜੇ ਜਿਨ੍ਹਾਂ ਨੇ ਨਹੀਂ ਉਚਾਰਿਆ ਉਸ ਤੋਂ ਇਲਾਵਾ ਫਿਰ ਉਸ ਰਾਗ ਵਿੱਚ ਉਸੇ ਟੌਪਿਕ ਉੱਤੇ ਸਭ ਤੋਂ ਪਹਿਲਾ ਸ਼ਲੋਕ ਭਗਤਾਂ ਕੀ ਬਾਣੀ ਦਾ ਕਬੀਰ ਜੀ ਦਾ ਸ਼ੁਰੂ ਹੁੰਦਾ ਹੈ। ਤੇ ਇਸ ਤਰ੍ਹਾਂ ਕਬੀਰ ਜੀ ਦੇ ਸ਼ਲੋਕ ਵੀ ਲੜੀਵਾਰ ਹਨ। ਵਾਰਾਂ ਤੇ ਵਧੀਕ ਵਾਲੇ ਸ਼ਲੋਕਾਂ ਵਾਂਗੂ ਕਬੀਰ ਜੀ ਦੇ ਸ਼ਲੋਕਾਂ ਦਾ ਸੈੱਟ ਗੁਰੂ ਪਾਤਸ਼ਾਹ ਨੇ ਅਖੀਰ ਵਿੱਚ ਰੱਖ ਦਿੱਤਾ, ਉਹਦਾ ਨਾਮ ਰੱਖ ਦਿੱਤਾ ਸ਼ਲੋਕ ਕਬੀਰ ਜੀ ਕੇ। ਔਰ ਜਿਹੜੇ ਜਿਹੜੇ ਸ਼ਲੋਕ ਆਮ ਬੰਦੇ ਨੂੰ ਸਮਝ ਆਉਣ ਵਿੱਚ ਥੋੜੇ ਮੁਸ਼ਕਲ ਹੋਣ, ਗੁਰੂ ਪਾਤਸ਼ਾਹ ਨੇ ਉੱਥੇ ਆਪਣੇ ਸ਼ਲੋਕ ਲਗਾਏ, ਔਰ ਆਪਣਾ ਸ਼ਲੋਕ ਲਗਾ ਕੇ ਵੀ ਮਹਿਲਾ ਪੰਜਵਾਂ ਲਿਖ ਦਿੱਤਾ ਔਰ ਕਬੀਰ ਲਿਖਦੇ ਨੇ ਉਸ ਨੂੰ ਖੋਲ੍ਹਣ ਵਾਸਤੇ। ਇਸ ਤਰ੍ਹਾਂ ਹੀ ਅਸੀਂ ਫਰੀਦ ਜੀ ਦੇ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਲੇਕਿਨ ਫਰੀਦ ਜੀ ਦੇ ਵੀ ਲੜੀਵਾਰ ਇਕੱਠੇ ਸ਼ਲੋਕ ਕਰਕੇ ਅਖੀਰ ਵਿੱਚ ਕਰੀਬਨ 130 ਸ਼ਲੋਕ ਉਹਨਾਂ ਦੇ ਵੀ ਸ਼ਲੋਕ ਸ਼ੇਖ ਫਰੀਦ ਜੀ ਕੇ, ਔਰ ਉਹਦੇ ਵਿੱਚ ਵੀ ਗੁਰੂ ਪਾਤਸ਼ਾਹ ਦੇ ਕੁਝ ਸ਼ਲੋਕ ਹਨ। ਇਹ ਹੋ ਗਈ ਬਣਤਰ। ਜੇ ਸਾਨੂੰ ਗੁਰੂ ਪਾਤਸ਼ਾਹ ਨਾਲ ਪਿਆਰ ਹੈ, ਐਂਡ ਆਈ ਐਮ ਰੀਅਲੀ ਸਿੰਸੀਅਰ ਸੀਕਰ ਟੂ ਫਾਈਂਡ ਦ ਟਰੂਥ, ਔਰ ਜੇ ਮੈਂ ਉਸ ਦੇਸ਼ ਵੱਲ ਜਾਣਾ ਚਾਹੁੰਦਾ ਹਾਂ, ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਬਾਣੀ ਨੂੰ ਇੰਝ ਖੋਜਿਆ ਕਰਾਂ। ਕੇਵਲ ਆਪਣੇ ਆਪ ਨੂੰ ਮੈਂ ਇੱਕ ਜਗ੍ਹਾ ਤੱਕ ਰੈਸਟ੍ਰਿਕਟ ਨਾ ਕਰਾਂ। ਅੱਜ ਅਸੀਂ ਜੋ ਸ਼ਬਦ ਜੋ ਸ਼ਲੋਕ ਗਾਇਨ ਕੀਤੇ 1367 ਅੰਕ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹਨ। ਸ਼ਲੋਕਾਂ ਦੀ ਲੜੀਵਾਰ ਹੈ 60, 61 ਤੇ 62। ਅਸੀਂ ਪਹਿਲਾ ਸ਼ਲੋਕ ਗਾਇਨ ਕੀਤਾ ਕਬੀਰ ਨਾ ਮੋਏ ਛਾਨ ਨਾ ਛਾਪਰੀ, ਨਾ ਮੋਏ ਘਰ ਨਾ ਹੀ ਗਾਉ, ਮਾਥਰ ਪੁੱਛੇ ਕੌਣ ਹੈ ਮੇਰੇ ਜ਼ਾਤ ਨਾ ਨਾਉ। ਇਹ ਸ਼ਲੋਕ ਅਸੀਂ ਪੜ੍ਹਿਆ। ਅਸੀਂ ਜੋ ਕੁਝ ਕਰਦੇ ਹਾਂ ਨਾ, ਉਹ ਸਾਡੀ ਮੱਤ ਹੁੰਦੀ ਹੈ। ਸਾਡੀ ਮੱਤ ਕਿਵੇਂ ਬਣਦੀ ਹੈ? ਜਿਸ ਤਰ੍ਹਾਂ ਮੇਰਾ ਮਨ ਸੋਚਦਾ ਹੈ, ਇਹ ਮਨ ਜੈਸਾ ਸੇਵੇ ਤੈਸੋ ਹੋਏ। ਥਾਟ ਪ੍ਰੋਸੈਸ ਸਾਰਾ ਮਨ ਤੇ ਬੈਠਾ ਹੋਇਆ ਹੈ। ਮਨ ਜੈਸਾ ਸੋਚਦਾ ਹੈ, ਮੱਤ ਵੈਸੀ ਬਣ ਜਾਂਦੀ ਹੈ। ਤੇ ਜੇ ਮਨ ਨੇ ਸਤਿਗੁਰ ਦੀ ਮੱਤ ਨਹੀਂ ਲਈ ਹੈ, ਤਾਂ ਇਹ ਜਿਹੜੀ ਮੱਤ ਹੈ ਇਹਨੂੰ ਮਨ ਕੀ ਮੱਤ ਕਹਿੰਦੇ ਨੇ। ਮਨ ਕੀ ਮੱਤ ਮੈਨੂੰ ਰੱਬ ਜੀ ਦੇ ਦੇਸ਼ ਨਹੀਂ ਲਿਜਾਂਦੀ। ਮਨ ਕੀ ਮੱਤ ਮੈਨੂੰ ਸ਼ੈਤਾਨ ਦੇ ਦੇਸ਼ ਲਿਜਾਂਦੀ ਹੈ। ਮੈਨੂੰ ਡੀਮਨ ਭਾਵ ਜਮਾ ਵਾਲੀ ਬੁੱਧੀ ਸਿਖਾਉਂਦੀ ਹੈ। ਜਮਾ ਵਾਲੀ ਬੁੱਧੀ 'ਚ ਕੀ ਹੁੰਦਾ? ਵਾਈਸਿਸ, ਮੰਦੇ ਖਿਆਲ। ਮੰਦੇ ਖਿਆਲਾਂ 'ਚ ਕੀ ਹੁੰਦਾ? ਨਫ਼ਰਤ। ਮੰਦੇ ਖਿਆਲਾਂ 'ਚ ਕੀ ਹੁੰਦਾ? ਹੇਟਰੇਟ। ਮੰਦੇ ਖਿਆਲਾਂ 'ਚ ਕੀ ਹੁੰਦਾ? ਈਰਖਾ। ਮੰਦੇ ਖਿਆਲਾਂ 'ਚ ਕੀ ਹੁੰਦਾ? ਜੈਲਸੀ। ਮੰਦੇ ਖਿਆਲਾਂ 'ਚ ਕੀ ਹੁੰਦਾ? ਫੀਅਰ। ਮੰਦੇ ਖਿਆਲਾਂ 'ਚ ਕੀ ਹੁੰਦਾ? ਡਰ। ਮੰਦੇ ਖਿਆਲਾਂ 'ਚ ਕੀ ਹੁੰਦਾ? ਤ੍ਰਿਸ਼ਨਾ। ਇਸ ਤਰ੍ਹਾਂ ਇਹ ਜਿਤਨੇ ਮੰਦੇ ਖਿਆਲ ਢੇਰ ਸਾਰੇ ਹੁੰਦੇ ਨੇ ਨਾ, ਇਹਨਾਂ ਸਾਰਿਆਂ ਨੂੰ ਗੁਰਬਾਣੀ ਜੀਂਦੇ ਜੀ ਸਾਨੂੰ ਚੰਬੜੇ ਹੋਏ ਜੰਮ ਕਹਿੰਦੀ ਹੈ। ਔਰ ਜੰਮ ਦੇ ਨਾਲ, ਜੰਮ ਦੀ ਬੁੱਧੀ ਦੇ ਨਾਲ ਕੁਛ ਵੀ ਕਰਕੇ ਵੇਖੀਏ ਤੇ ਪਛਤਾਵਾ ਹੁੰਦਾ ਹੈ, ਕਿਉਂਕਿ ਰਿਜ਼ਲਟ ਚੰਗੇ ਨਹੀਂ ਨਿਕਲਦੇ ਨੇ। ਔਰ ਜਦੋਂ ਪਛਤਾਵਾ ਹੁੰਦਾ, ਉਹਨੂੰ ਕਹਿੰਦੇ ਨੇ ਕਹੋ ਕਬੀਰ ਤਾਂ ਵੀ ਨਰ ਜਾਗੇ, ਜਮ ਕਾ ਡੰਡ ਮੂੰਡ ਮੇ ਲੱਗੇ। ਸੋ ਛਾਨ ਕਿਹਨੂੰ ਕਹਿੰਦੇ ਨੇ? ਕਬੀਰ ਨਾਮ ਹੋਏ ਛਾਨ। ਅਸੀਂ ਪਹਿਲਾਂ ਆਖਰੀ ਅਰਥ ਸਮਝਦੇ ਹਾਂ, ਫਿਰ ਉਸ ਆਖਰੀ ਅਰਥਾਂ ਨੂੰ ਜਿਸ ਗੁਰਬਾਣੀ ਦੇ ਕੰਟੈਕਸਟ ਵਿੱਚ ਸਮਝਦੇ ਹਾਂ, ਪੂਰੀ ਵਰਸ ਨੂੰ, ਪੂਰੀ ਪੰਕਤੀ ਨੂੰ ਉਹਨਾਂ ਅਰਥਾਂ ਦੇ ਨਾਲ ਪਿਰੋ ਕੇ ਸਮਝਣ ਦਾ ਯਤਨ ਕਰਦੇ ਹਾਂ, ਫਿਰ ਉਸ ਨੂੰ ਆਪਣੇ ਤੇ ਟੁਕਾਉਣ ਦਾ ਯਤਨ ਕਰਦੇ ਹਾਂ। ਜਦੋਂ ਆਪਣੇ ਤੇ ਟੁਕਾਉਂਦੇ ਹਾਂ, ਉਹ ਵਾਲੇ ਜਿਹੜੇ ਅਰਥ ਸਮਝ ਆਉਂਦੇ ਨੇ, ਉਹਨਾਂ ਨੂੰ ਭਾਵ ਅਰਥ ਕਹਿੰਦੇ ਨੇ। ਉਹ ਕਿੱਥੇ ਨਹੀਂ ਲਿਖੇ ਹੁੰਦੇ। ਜਦੋਂ ਤੱਕ ਮੈਂ ਭਾਵ ਅਰਥਾਂ ਤੱਕ ਨਾ ਪਹੁੰਚਾਂ, ਤਾਂ ਤੱਕ ਮੇਰੀ ਗੱਲ ਬਣਦੀ ਹੀ ਨਹੀਂ ਹੈ। ਫਰਜ਼ ਕਰੋ ਮੈਂ ਅੱਜ किसी जगह जा रहा हाँ और मैं अपनी पत्नी ਨੂੰ मना ਕੀਤਾ कि ਤੁਸੀਂ ਅੱਜ नहीं जा सकते। जे वो मेरा भाव नहीं समझी है तो माइंड करेगी।
ਇਨਸਾਨ ਦੀ ਫਿਤਰਤ ਵਿੱਚ ਇੱਕ ਮੇਨ ਫੈਕਟਰ ਹੈ ਭਾਵ। ਜੇ ਭਾਵ ਕਲੀਅਰ ਨਹੀਂ ਹੈ ਤਾਂ ਉਹ ਮਾਈਂਡ ਕਰੇਗੀ। ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਜੇ ਸਾਨੂੰ ਕਿਸੇ ਦੀ ਇੰਟੈਂਸ਼ਨਸ, ਕਿਸੇ ਦੇ ਭਾਵ, ਉਹਦੀ ਭਾਵਨਾ ਜੇ ਸਮਝ ਨਹੀਂ ਹੈ ਤਾਂ ਦੂਰੀ ਵੱਧਦੀ ਹੈ। ਮਾਂ ਕਿਸ ਭਾਵ ਨਾਲ ਬੱਚੇ ਨੂੰ ਰੋਟੀ ਪਕਾ ਕੇ ਦਿੰਦੀ है, बच्चे ਨੂੰ भाव ना पता है, मम्मी क्या तुम रोज ये बना देते हो, मैं बाहर खा लूंगी, मेरे को आपका बना पसंद नहीं है, बाहर से मंगा दो। ਉਹਨੂੰ ਮੰਮੀ ਦਾ ਕਾਮਨ ਫੈਕਟਰ ਭਾਵ ਪਤਾ ਨਹੀਂ ਹੈ। ਜਿਸ ਨੂੰ ਭਾਵ ਪਤਾ ਲੱਗ ਜਾਂਦਾ ਉਹ ਕਹਿੰਦਾ ਉਹ ਮੰਮੀ ਯੂ ਆਰ ਗੁੱਡ, ਯੂ ਆਰ ਬੈਸਟ, मुझे आप बना के खिलाइए। ਭਾਵ ਬੜੀ ਕੀਮਤੀ ਚੀਜ਼ ਹੈ। ਸੋ ਸਾਡਾ ਮਨ ਸਾਡਾ ਥਾਟ ਪ੍ਰੋਸੈਸ ਹੈ ਔਰ ਥਾਟ ਪ੍ਰੋਸੈਸ ਵਾਂਗੂ ਮਤ ਬਣ ਜਾਂਦੀ। ਹੁਣ ਮਨ ਦੇ ਘਰ ਦੀ ਛੱਤ ਨੂੰ ਗੁਰਬਾਣੀ ਵਿੱਚ ਛਾਨ ਕਹਿੰਦੇ ਹਨ। ਲੇਕਿਨ ਜੇ ਮੈਂ ਸਤਿਗੁਰ ਦੀ ਮੱਤ ਵਾਲੀ ਛਾਨ ਛੱਤ ਨਹੀਂ ਬਣਾਈ ਤਾਂ ਉਹਨੂੰ ਕਹਿੰਦੇ ਨੇ ਕੁਮੱਤ, ਉਹਨੂੰ ਕਹਿੰਦੇ ਨੇ ਕੁਬੁੱਧੀ, ਉਹਨਾਂ ਨੂੰ ਕਹਿੰਦੇ ਨੇ ਚਤਰਾਈ ਵਾਲੀ ਅਕਲ। ਜੇ ਮੈਂ ਸਤਿਗੁਰ ਦੀ ਮੱਤ ਵਾਲੀ ਅਕਲ ਨਹੀਂ ਲਈ ਹੋਈ ਤਾਂ, ਔਰ ਸਤਿਗੁਰ ਦੀ ਮੱਤ ਦੀ ਅਕਲ ਜੇ ਨਹੀਂ ਲਈ ਤਾਂ ਲੈਣ ਵਾਸਤੇ ਜੇ ਜਾਚਨਾ ਕੀਤੀ ਜਾਏ ਤਾਂ ਉਹ ਸ਼ਬਦ ਹੈ ਪਾੜ ਪੜੋਸਨ पूछ लेना पाड़ पड़ोसन पूछ लेना का पहचान छवाई हो, का पहचान तो पे दुगनी मजूरी दे, तो पे दुगनी मजूरी दे मुक बेडी दे बताई। पाड़ पड़ोसन पूछ लेना का पहचान छवाई हो। मत, सुरत, इंद्रे, ਅੱਖ ਨੱਕ ਕੰਨ, ਇਹ ਸਾਰੀਆਂ ਨਾਲ ਜਿਤਨੇ ਵੀ ਥਾਟ ਪ੍ਰੋਸੈਸ ਵਿੱਚ ਐਸੀਆਂ ਚੀਜ਼ਾਂ ਆਉਂਦੀਆਂ ਨੇ ਇਹਨਾਂ ਨੂੰ ਪੜੋਸਨ ਕਹਿੰਦੇ ਨੇ, ਸਹੇਲੀ ਕਹਿੰਦੇ ਨੇ, ਸੱਜਣ ਮਿੱਤਰ ਕਹਿੰਦੇ ਨੇ, ਸਖੀਆਂ ਕਹਿੰਦੇ ਨੇ। ਇਹ ਸਾਰੀਆਂ ਪੁੱਛ ਰਹੀਆਂ ਮਨ ਜੀ ਤੁਸੀਂ ਚੰਗੀ ਮੱਤ ਕਿੱਥੋਂ ਲਈ ਹੈ। ਉਹ ਛਾਨ ਕਿਹੜੀ ਹੈ? ਮਤ ਰੂਪੀ ਛਾਨ। ਜੇ ਉਹ ਪ੍ਰਾਪਤ ਨਾ ਹੋਏ ਤਾਂ ਸਾਡੀ ਗਲਤ ਛੱਤ ਬਣ ਜਾਂਦੀ ਹੈ। ਸਤਿਗੁਰ ਦੀ ਮੱਤ ਵਾਲੀ ਛਾਨ ਛੱਤ ਛਪਰੀ ਨਾ ਹੋਵੇ ਤਾਂ ਗਲਤ ਮਤ ਬਣ ਜਾਂਦੀ ਹੈ। ਔਰ ਜਦੋਂ ਗਲਤ ਮਤ ਬਣ ਜਾਂਦੀ ਹੈ ਤਾਂ ਅਸੀਂ ਨਸ਼ਾ ਕਰਦੇ ਹਾਂ। ਨਸ਼ੇ ਵਾਲਾ ਕਿਧਰੇ ਗੜਬੜ ਹੈ। ਗਲਤ ਛੱਤ ਬਣ ਗਈ। ਦਾਜ ਜਿਹੜਾ ਲੈਂਦਾ ਹੈ ਗਲਤ ਛੱਤ ਬਣ ਗਈ। ਡਿਸਕ੍ਰਿਮੀਨੇਸ਼ਨ ਜਿਹੜਾ ਕਰਦਾ ਹੈ ਗਲਤ ਛੱਤ ਬਣ ਗਈ। ਇਸ ਤਰ੍ਹਾਂ ਸਾਡੀ ਛੱਤ ਤਿਆਰ ਹੁੰਦੀ ਹੈ ਮੇਰੇ ਥਾਟ ਪ੍ਰੋਸੈਸ ਦੀ। ਅਸੀਂ ਦੁਨੀਆ ਦੇ ਕਿਸੇ ਇਨਸਾਨ ਨਾਲ ਨਫ਼ਰਤ ਨਹੀਂ ਕਰਾਂਗੇ ਜਦੋਂ ਸਮਝ ਆ ਜਾਏਗੀ ਇਹ ਗਲਤ ਐਕਸ਼ਨ ਤਾਂ ਕਰ ਰਿਹਾ ਕਿਉਂਕਿ ਇਹਦੀ ਛਾਨ ਛੱਤ ਗਲਤ ਬਣ ਗਈ ਹੈ।
ਇਹਨੂੰ ਸਤਿਗੁਰ ਦੀ ਮੱਤ ਦਾ ਗਿਆਨ ਚਾਹੀਦਾ ਹੈ। ਪਰ ਜਦੋਂ ਸਤਿਗੁਰ ਦੀ ਮੱਤ ਦਾ ਗਿਆਨ ਆਵੇ ਅਸੀਂ ਸਾਰੇ ਥੋੜਾ ਛਟਪਟਾਉਂਦੇ ਹਾਂ। ਜਦੋਂ ਵੀ ਖਰਾ ਸੱਚ ਧਰਤੀ ਤੇ ਬਿਆਨਿਆ ਜਾਏ ਨਾ, ਕਾਮਨ ਮੈਨ ਜਿਸ ਕਰਮ ਕਾਂਡ ਦੀ ਜੀਵਨੀ ਚ ਜੀ ਰਿਹਾ ਹੈ ਉਸ ਨੂੰ ਥੋੜੀ ਡਿਸਟਰਬੈਂਸ ਹੁੰਦੀ ਹੈ, ਥੋੜੀ ਨਹੀਂ ਬਹੁਤ ਹੁੰਦੀ ਹੈ। ਜਿਵੇਂ ਉਹਦੇ ਪੈਰਾਂ ਥੱਲੋਂ ਕਾਰਪੇਟ ਖਿੱਚ ਲਿਆ ਹੋਵੇ, जैसे उसके पाँव के नीचे से धरती छीन ली हो। गुरु साहब कहते ने, देखो पाई ज्ञान की आई आंधी, देखो पाई ज्ञान की आई आंधी, देखो पाई ज्ञान की आई आंधी, सब है उड़ानी परम की टाटी, सब है उड़ानी परम की, रहना माया बांधी, रहना माया बांधी, देखो पाई ज्ञान की आई आंधी, देखो पाई ज्ञान की आई। दुचते की दोए थून गिरानी, दुचते की दोए थून मोबलेंडा टूटा, मोबलेंडा टूटा, कृष्णा छान परी तार ऊपर, कृष्ण दुर्मत पांडा फूटा, दुर्मत पांडा फूटा, देखो पाई ज्ञान की आई आंधी, देखो पाई ज्ञान की आई आंधी। आंधी पाछे जो जल बरखे, आंधी पाछे ते तेरा जन पीना, ते तेरा जन पीना, कह कबीर मन पया परगासा, कह कबीर उदय पान जब चीना, उदय पान जब चीना, देखो पाई ज्ञान की आई आंधी, देखो पाई ज्ञान की आई आंधी, आई आंधी, आई आंधी। ਜਦੋਂ ਜਿਸ ਮਨੁੱਖ ਨੂੰ ਕਰਮ ਕਾਂਡ ਦੀ ਅਵਸਥਾ ਦੀ ਆਦਤ ਪਈ ਹੋਈ ਹੈ ਜਾਂ ਮਨ ਦੀ ਚਤਰਾਈਆਂ ਵਾਲੀ ਕੁਮਤ, ਦੁਰਮਤ, ਬੈਡ ਈਵਲ ਥਾਟਸ ਦੇ ਨਾਲ ਉਹ ਜੀਂਦਾ ਹੈ, ਵਾਈਸਿਸ ਦੇ ਨਾਲ ਜੇ ਉਹ ਜੀਂਦਾ, ਸ਼ਾਰਟ ਕਮਿੰਗਸ ਦੇ ਨਾਲ ਜਦੋਂ ਉਹ ਜੀਂਦਾ ਹੈ, ਉਸ ਨੂੰ ਜਦੋਂ ਸੱਚ ਦੱਸਿਆ ਜਾਏ ਉਸ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ, ਕਿਉਂਕਿ ਉਹ ਆਪਣੀ ਮੱਤ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਭੈੜੀ ਮੱਤ ਤੋਂ ਕੁਰਬਾਨ ਜਾਈ ਜਾਂਦਾ ਹੈ। ਜਾਣਾ ਚਾਹੀਦਾ ਸਤਿਗੁਰ ਦੀ ਮੱਤ ਤੋਂ ਕੁਰਬਾਨ, ਭੈੜੀ ਮੱਤ ਤੋਂ ਕੁਰਬਾਨ ਜਾਈ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਬੀਰ ਸਾਹਿਬ ਦੀ ਰਸਨਾ ਤੋਂ, ਦੇਖੋ ਭਾਈ ਗਿਆਨ ਕੀ ਆਈ ਆਂधी। ਜਦੋਂ ਸੱਚ ਦੀ ਵਿਚਾਰ ਕੀਤੀ ਜਾਏਗੀ ਖਲਬਲੀ ਹੋਏਗੀ, ਡਿਸਟਰਬੈਂਸ ਹੋਏਗੀ। ਸਭੈ ਉਡਾਨੀ ਭ੍ਰਮ ਕੀ ਟਾਟੀ, ਭ੍ਰਮ ਦੀ ਟਾਟੀ ओढ़ी हुई है। भ्रम की टाटी च की होता है, कन्ना दे कच्चे, किसी के बारे में कुछ बोल दो और मान लो, और बोलो क्या, पैड़ा।
ਜਿਸ ਨੂੰ ਮਰਜ਼ੀ ਡਿਫੇਮ ਕਰ ਲਓ, जिस मर्जी जो मर्जी लेबल ला दो, घर बैठे मान लो हाँ इसके बारे में ये कहा गया, बायस्ड हो जाओ पहले। भ्रम की होंदा है, माधवे क्या कही है, भ्रम ऐसा जैसा मानिया हो ना तैसा, ये भ्रम की डेफिनेशन है। जैसा मानते हैं वैसा होता नहीं है। और इसमें मैं इंग्लिश भी इस तरह बना लिया, जो मैं सोचदा हाँ वो होंदा नहीं है, जो मैं तकदा हाँ वो होंदा नहीं है। ਉਹਨੂੰ ਜੋ ਸੋਚਦਾ ਹਾਂ ਉਹਨੂੰ ਇਲੂਜ਼ਨ ਕਹਿੰਦੇ ਨੇ, ਜੋ ਤੱਕਦਾ ਹਾਂ ਉਹਨੂੰ ਡਿਲੂਜ਼ਨ ਕਹਿੰਦੇ ਨੇ। ਇਲੂਜ਼ਨ ਤੇ ਡਿਲੂਜ਼ਨ ਮਿਲ ਕੇ ਭਰਮ ਬਣਦਾ ਹੈ। जैसा देखा वैसा है नहीं, जैसा सुना था वैसा है नहीं। पर मैं क्यों ऐसा बन गया, मैं भरम दी गल मन्नी और मैं कन्ना दा कच्चा होया। मैं क्यों मन्निया, क्योंकि मेरा एक सुभाव है निंदक। निंदक नूं किसे दी मंदी गल कीती जाए बहुत चंगी लगदी है। हुण असी सोचना है, मैं नहीं कह सकता कि कोई इंसान निंदक है, पर अपना डायग्नोज कर सकते हाँ कि जदों मनु किसी भी मनुख बारे कुछ बुरा भला दसिया जावे और जे मैं मन लवां तां मैनूं मनना पवेगा कि मैं निंदक हाँ। असी रिसेंटली 26 जनवरी दिल्ली सैमीनार किया, निंदक स्लैंडरिंग करना, स्लैंडरर बैक बाइटिंग करना, बैक स्टैबिंग करना, उन्होंने निंदक कहते हैं। संत का निंदक महातारा, संत का निंदक परमेश्वर मारा, कि अपने आप को मारता रहता है। दुनिया दी मंदियां मंदियां खबरां इकट्ठियां करके इनू भरम कहते हैं। देखो भाई ज्ञान की आंदी सब उठानी भ्रम की टाटी, सब ने भ्रम की टाटी ओढ़ी है। भ्रम की टाटी विच दुविधा होंदी है। भ्रम की टाटी च होंदा है मन्निए कि ना मन्निए कि बंदा शरीफ है कि नहीं है, भ्रम है। भ्रम की टाटी विच दुनिया भर दी जितनी डिजायर्स होंदी उन्होंने तो बाद सुख मिलेगा या नहीं मिलेगा, भ्रम है। मकान बनाना है फिर सुखी हो जाओगे, भ्रम है। पता नहीं मकान विच रवांगे और सुखी होवांगे, विआह करा लवां फिर सुखी हो जाऊंगा, साडे घर औलाद हो जाए सुखी हो जाएगा, नहीं औलाद चो पुत्र हो जाए तो सुखी हो जाएंगे। ये सब भ्रम है, क्योंकि वो होण तो बाद जदों होंदा नहीं है, दैट इज कॉल्ड भ्रम। इल्यूजन एंड डिल्यूजन दा मिक्सचर। सबे उडानी भ्रम की टाटी, इसी नूं ते चान कहंदे ने। और दूची सबे उडानी भ्रम की टाटी रह न माया बांधी। दुनिया दा कोई भी मनुख अपने मंदे ख्यालां नूं जदों पसंद करदा है, इस नूं मोह कहंदे ने, इनू अटैचमेंट कहंदे ने। इस मोह नूं गुरबाणी अंदर जदों काम क्रोध लोभ ओंकार आएगा, इस मोह नूं गुरबाणी च अटैचमेंट नूं मना कीता गया है। मां प्यो दा बच्चे नाल मोह नूं नहीं मना कीता गया। जो इंसान मन की मत दे नाल, भैड़े ख्यालां वाली मत दे नाल मोह करता है, उसनूं पकड़ पकड़ के रखता है, मैं अपनी भैड़ी मत नहीं छड्डणी। इस मोह नूं गुरबाणी च मना कीता है। सबे उडाने भ्रम की टाटी रह न माया बांधी। और जदों कोई सच सुनना नहीं चाहता तो वो अपनी मन की मत दी टाटी ओढ़ के बैठा हो रहा, छड्डना नहीं चाहता। पर जे सतगुर दी मत दी एक बारी गल सुन लो, उड़ जाती है। कहते दुचिते की दो थून गिरानी। ओदे तुसी झुग्गी देखदे हो, झुग्गी च इस तरह एक बीम पाई होंदी है, बीम थल्ले एक पिलर दिता होंदा है, इस पासे दो इस तरह डंडे रखे होंदे ने। दुचिते की दो थून गिरानी, थल्लो पिलर हट गया, मोह बलेंडा टूटा, ओदा वो सारा कुछ तीनों ओदे जेड़े जेड़े छत नूं रोकन वाले सिस्टम ने तीनों टैपे। तृष्णा छान परी धर उपर, तृष्णा दी छत थल्ले टैप पई। ना पिलर रहा, ना बीम रही, ना वो दो डंडे रहे जिन्हां ते छत रखदे ने। जो मेरा सोचनी दा प्रोसैस है, उसनूं जदों कोई सच बोले सानूं पसंद नहीं आता। मैं इस गुरुद्वारे के प्रबंधकों नूं मैं मुबारकबाद देना चाहता, क्योंकि जदों भी असीं इत्थे करन आंदे वो सानूं कहंदे ने खुल के गुरमत दी गल करिया करो। वरना कई जगह गुरमत दी गल करनी मुश्किल हो जाती है। और असीं सोचते हैं कि गुरमत दी गल मैनूं चर्च विच जाके नहीं करनी है, उत्थे मैनूं कोई टाइम नहीं देगा। गुरमत दी गल मैनूं मस्जिद जाके नहीं करनी है, गुरमत दी गल मैनूं गुरुद्वारे बैठ के करनी है, क्योंकि गुरुद्वारा सब दा साझा जगह है और गुरुद्वारे विच बैठ के असीं बाणी तो सीखते हैं।
ਸੋ ਜਦੋਂ ਅਸੀਂ ਇਸ ਸਤਿਗੁਰ ਦੀ ਮੱਤ ਦੀ ਗੱਲ ਕਰਦੇ ਹਾਂ ਤੇ ਸਾਡੀ ਦੁਚਿੱਤੀ ਵਾਲੀ ਛੱਤ ਡਿੱਗਦੀ ਹੈ, ਸਾਡੇ ਕਪਾਟ ਖੁੱਲਦੇ ਨੇ। ਇਹ ਉਸ ਸ਼ਬਦ ਦਾ ਰਾਹ ਹੈ। ਅੱਗੇ ਕਹਿੰਦੇ ਨੇ ਦੁਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ, ਤ੍ਰਿਸ਼ਨਾ ਛਾਨ ਛੱਤ, ਪੈੜੇ ਖਿਆਲਾਂ ਦੀ ਛੱਤ, ਪਰੀ ਧਰ ਉੱਪਰ ਥੱਲੇ ਟਹਿ ਪਈ। ਤ੍ਰਿਸ਼ਨਾ ਛਾਨ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ, ਦੁਰਮਤ ਦਾ ਸ਼ੈਲ ਅੰਡਾ ਟੁੱਟ ਗਿਆ ਮੇਰਾ। ਉਹਨੂੰ ਕਹਿੰਦੇ ਨੇ ਫੂਟੋ ਆਂਡਾ ਭਰਮ ਕਾ, ਮਨੈ ਪਿਆ ਪ੍ਰਗਾਸ, ਕਾਟੀ ਬੇੜੀ ਪਗਾ ਤੇ, ਗੁਰਕੀਨੀ ਬੰਦ ਖਲਾਸ। ਧਰਮ ਦਾ ਕੰਮ ਹੈ ਮੇਰਾ ਭਰਮ ਦੂਰ ਕੀਤਾ ਜਾਏ, ਔਰ ਜੀ ਮੈਂ ਭਰਮ ਦੂਰ ਨਹੀਂ ਕਰਨਾ ਚਾਹੁੰਦਾ, ਧਰਮ ਮੇਰੇ ਕਿਸੇ ਕੰਮ ਦਾ ਨਹੀਂ। ਵੈਰੀ ਸਿੰਪਲ। ਧਰਮ ਜ਼ਬਰਦਸਤੀ ਕਿਸੇ ਦਾ ਭਰਮ ਦੂਰ ਨਹੀਂ ਕਰਦਾ। ਜੋ ਭਰਮ ਦੂਰ ਕਰਾਉਣਾ ਚਾਹੁੰਦਾ ਹੈ, ਜੋ ਸਮਝਦਾ ਹੈ ਕਿ ਮੈਨੂੰ ਅਕਲ ਨਹੀਂ, ਜੋ ਮੰਨਦਾ ਹੈ ਆਮ ਆਲਰੇਡੀ ਪਰਫੈਕਟ, ਜੋ ਮੰਨਦਾ ਹੈ ਕਿ ਮੈਨੂੰ ਸਭ ਕੁਝ ਪਤਾ ਹੈ, ਧਰਮ ਉਸ ਦੀ ਹੈਲਪ ਨਹੀਂ ਕਰ ਪਾਉਂਦਾ ਹੈ, ਕਿਉਂਕਿ ਉਸਨੇ ਧਰਮ ਨੂੰ ਲੈਣ ਵਾਸਤੇ ਬੂਹੇ ਬੰਦ ਕੀਤੇ ਹੋਏ ਨੇ, ਆਪਣੇ ਸਾਰੇ ਕਪਾਟ ਬੰਦ ਕੀਤੇ ਹੋਏ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਖੋਲ ਕਪਟ ਗੁਰ ਮੇਲਿਆ। ਆਪਣੇ ਕਪਾਟ ਖੋਲੀਏ, ਸੁਣੀਏ। ਸੋ ਸਿੱਖ ਦਾ ਸਾਰੀ ਉਮਰ ਦਾ ਇਹ ਫਰਜ਼ ਬਣਦਾ ਹੈ ਕਿ ਸਿੱਖ ਸਿੱਖਦਾ ਹੈ ਅਤੇ ਸਿੱਖਣ ਵਾਸਤੇ ਸੁਣਦਾ ਹੈ। ਜਦੋਂ ਅਸੀਂ ਆਪਣੀ ਸੁਣਿਆ ਕਲੋਜ਼ ਕਰ ਦਈਏ, ਅਸੀਂ ਸਿੱਖਦੇ ਹੀ ਨਹੀਂ ਹਾਂ। ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਵੇਲੇ ਸੂਰਜ ਨੂੰ ਪਾਣੀ ਦੇ ਰਹੇ ਸੀ, ਉਹਨਾਂ ਨੇ ਆਪਣੀ ਸੁਣਿਆ ਕਲੋਜ਼ਡ ਹੀ ਰੱਖੀ। ਹੋ ਸਕਦਾ ਉਹ ਅੱਜ ਤੱਕ ਦਿੰਦੇ ਨੇ। ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਉਸ ਕਰਮ ਕਾਂਡ ਔਰ ਭਰਮ ਨੂੰ ਛੱਡ ਦਿੱਤਾ। ਤ੍ਰਿਸ਼ਨਾ ਛਾਨ ਪਰੀ ਧਰ ਉੱਪਰ, ਇਹ ਛਾਨ, ਇਹ ਭੈੜੇ ਖਿਆਲਾਂ ਦੀ ਸੋਚਣੀ ਦੀ ਛਾਨ। ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਨਾਮ ਹੋਏ ਛਾਨ। ਹੁਣ ਕਿਸ ਤਰ੍ਹਾਂ ਦੇਖੋ ਲਿੰਕ ਹੋਏਗਾ। ਕਬੀਰ ਸਾਹਿਬ ਕਹਿੰਦੇ ਨੇ ਮੇਰੀ ਉਹ ਭੈੜੇ ਖਿਆਲਾਂ ਦੀ ਛਾਨ ਛੱਤ ਨਹੀਂ ਹੈ। ਵਾਈ? ਬਿਕੋਜ਼ ਕਬੀਰ ਸਾਹਿਬ ਵਾਂਟਸ, ਕਬੀਰ ਜੀ ਚਾਹੁੰਦੇ ਹਨ, ਮੈਂ ਇੱਕ ਮਿਕਤਾ ਚਾਹੁੰਦਾ ਰੱਬ ਜੀ ਨਾਲ, ਵਨਨੈਸ ਵਿਦ ਗੋਡ ਚਾਹੁੰਦਾ। ਜੀਂਦੇ ਜੀ, ਸਾਧ ਸੰਗਤ ਜੀ, ਇਹ ਗੱਲ ਮੈਨੂੰ ਬਾਰ-ਬਾਰ ਕਹਿਣੀ ਪੈਂਦੀ ਹੈ, ਜੀਂਦੇ ਜੀ, क्योंकि हजारा सालों तो एक बड़ा प्रचलित सेंटेंस चल रहा है, जब मर जाएंगे, भाव जब शरीरक मर जाएंगे, हम सब ससुराल जाएंगे भगवान जी के घर। अच्छा, जींदे जी तो भगवान जी है ही नहीं है, मरने के बाद जाएंगे। इस करके सारी उम्र असी विसुए चसियां घड़ियां पैरां थित्ती वारी मां वाह, ਇਹਨਾਂ ਦੇ ਬਾਰੇ ਕੁਛ ਨਹੀਂ ਖਿਆਲ ਕਰਦੇ ਆ, ਮੇਰੇ ਕਿਸ ਤਰ੍ਹਾਂ ਜਾਇਆ ਜਾ ਰਹੇ ਨੇ। ਔਰ ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਉਹ ਆਪਣਾ ਇੱਕ ਇੱਕ ਪਲ ਵੀ ਸੂਏ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੂ ਮਾਓ, ਇਹ ਕੁਛ ਵੀ ਜ਼ਾਇਆ ਨਹੀਂ ਜਾਣ ਦੇਣਾ ਚਾਹੁੰਦਾ। ਕਿਉਂ? ਉਹ ਕਹਿੰਦਾ ਵਿਛੜੇ ਕਿਰਤ ਕਰਮ के बिछड़े, बिछड़े किरत करम के बिछड़े, कर कृपा मेलो राम, कर कृपा मेलो राम। बिछड़े किरत करम के बिछड़े, वो महसूस करता है डिपार्टेड। डिपार्टेड किहदे नालों? मैं विछड़ी होई हां, मैं वाढिया हां, मैं छुट्टण हां। किहदे कोलों? रब जी कोलों। अच्छा, रब जी कोलों छुट्टण दी निशानी की हुंदी है? मैं अवगुणां नाल जींदा हां। रब जी गुण वाले ने। जदों मैं अवगुणां नाल जींदा हां, गुरमति च इहनूं कहंदे ने रब जी तो विछड़ गया।
ਔਰ ਜਦੋਂ ਰੱਬੀ ਗੁਣਾਂ ਨਾਲ ਜੀਣ ਲੱਗ ਪੈਂਦੇ ਹਨ, ਇਹਨੂੰ ਗੁਰਮਤ ਐਕਸਟੈਸੀ ਕਹਿੰਦੀ ਹੈ, ਵਨਨੈਸ ਕਹਿੰਦੀ ਹੈ, ਇਕਮਿਕਤਾ ਕਹਿੰਦੀ ਹੈ, ਵਨਨੈਸ ਵਿਦ ਗੋਡ ਕਹਿੰਦੀ ਹੈ। ਕਿਤਨਾ ਤੇ ਸਿੰਪਲ ਹੈ ਗੁਰਮਤ ਦਾ, ਇਤਨਾ ਸਿੰਪਲ, ਇਤਨਾ ਸਾਦਾ, ਇਤਨਾ ਸੌਖਾ ਰਸਤਾ ਹੈ। ਦੁਨੀਆ ਦਾ ਕੋਈ ਮਨੁੱਖ ਕੀ ਕੰਮ ਕਰਦਾ, ਕਿਹੜੇ ਜੈਂਡਰ ਦਾ, ਕਿਹੜੇ ਸਟੇਟਸ ਦਾ, ਕਿਹੜੀ ਦੁਨੀਆ 'ਚ ਰਹਿੰਦਾ ਹੈ, ਕਿਸ ਮਜ਼ਹਬ ਦਾ ਹੈ, ਰੱਬ ਜੀ ਨਾਲ ਇਕਮਿਕਤਾ ਜੀਂਦੇ ਜੀ ਮਾਣ ਸਕਦਾ ਹੈ। ਉਹ ਕੀ ਹੈ? ਰੱਬੀ ਗੁਣ। ਜੇ ਮੈਂ ਰੱਬ ਜੀ ਨੂੰ ਨਿਰਵੈਰ ਕਵਾਂ ਔਰ ਆਪ ਵੈਰ ਪਾਲਦਾ ਰਵਾਂ। ਮਨੋਂ ਇੱਕ ਇਨਸਾਨ ਨਾਲ ਇਸ ਕਰਕੇ ਨਫ਼ਰਤ ਹੈ ਕਿ ਉਹ ਲਾਲ ਪੱਗ ਬੰਦਾ, ਮੈਂ ਕਾਲੀ ਬੰਦਾ, ਔਰ ਮੈਂ ਕਹਿੰਦਾ ਰੱਬ ਜੀ ਤੁਸੀਂ ਨਿਰਵੈਰ ਹੋ, ਪਰ ਮੈਂ ਇਸ ਇਨਸਾਨ ਨਾਲ ਵੈਰ ਕਰਦਾ ਰਵਾਂਗਾ। ਤੁਸੀਂ ਨਿਰਵੈਰ ਹੋ, ਪਰ ਤੁਸੀਂ ਕਹਿੰਦੇ ਹੋ ਜ਼ਾਤ ਪਾਤ ਕੋਈ ਨਹੀਂ ਹੁੰਦੀ, ਤੂੰ ਸਾਂਝਾ ਸਾਹਿਬ ਬਾਪ ਮਾਰਾ, ਪਰ ਮੈਂ ਇਹਦੇ ਨਾਲ ਜ਼ਾਤ ਪਾਤ ਦਾ ਵਿਤਕਰਾ ਕਰਦਾ ਰਵਾਂਗਾ। ਤੁਸੀਂ मैं सिखा रहे हो मेरा मुझ में कुछ नहीं, जो कुछ है सो तेरा, तेरा तुझको सौंपते क्या लागा मेरा, पर मैं कह रहा मेरी ते जात है। इस तरीके दे नाल सारा कंट्रास्ट, रब जी दे गुणा तो विहूणा जीना, अवगुणा नाल जीना, रब तो विछड़े किरत कर्म के विछड़े। मैं तुहाडे वाले गुण चाहता, कर किरपा मिलो राम, मैं मिलना चाहता, मनु तुसी रब्बी गुण सिखा दियो ना, आई वॉन्ट टू लिव दैम। जो रब्बी गुण मनु ख्याल ही ना आन, मैं जीना भी ना चाहता होगा, और क्रोध करके, नफरत करके, ईर्खा करके सड़दा कुड़दा भी रवा। तो कबीर साहब कहते हैं, साईं मुझ में क्या खता, साईं मुझ में क्या खता, साईं मुझ में क्या खता, मुखों ना बोले पीर, मुखों ना बोले पीर, साईं मुझ में क्या, चलाओ, साईं मुझ में क्या खता, कबीर हज काबे हुए गया, हज काबे हुए गया, हज काबे हुए गया, केती बार कबीर, केती बार कबीर, केती बार कबीर, साईं मुझ में क्या खता, साईं मुझ में क्या खता, मुखों ना बोले पीर, मुखों ना बोले पीर, साईं मुझ में क्या खता, साईं क्या खता, मेरे च की खता है, रब जी मेरे साईं जी मेरे अंदर की कमी है कि मेरे अंदर जिहड़ा पीर रब जी वसदे ने, उहदी आवाज़ मैं सुनदा नहीं, अंदरों ते रब जी बोलते ने, रब जी साहब जी दे अंदर अंदर बोलते ने, मैनू सुनन दी इजाजत नहीं रही, या मैं सुनदा सी मैं दबा दिता, आस्ता आस्ता मैं सुनन आवाज आती नहीं। कि चंगे गुण, हमेशा चंगे गुणा की आवाज़ अंदरों आती है, असी दबा देंगे हाँ। जितने नौजवान मुंडे कुड़ियां तुसी देखते लिविंग ट्रेजर 80 to 90% नौजवान मुंडे कुड़ियां आते, बुजुर्ग भी आते हैं, साड़ियां माँ साडे चाची मामी सारी भैणा भरा सब नाल चलते हैं, पर मैक्सीमम मेजोरिटी नौजवानों की होती है। ये नौजवान मैनू सारे पूछते हैं वीर जी
पता किवें लगे कि ये अंदर की आवाज रब जी की आवाज है कि मन की मत है? सवाल तो बड़ा चंगा है। तो मैं छोटा जिहा एग्जाम्पल बनाया स्पॉन्टेनियस। ਜਦੋਂ ਮੈਂ ਪੜ੍ਹਿਆ, ਪੜ੍ਹਨ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਮੈਨੂੰ ਚੰਗੀ ਜੌਬ ਮਿਲ ਜਾਏ, ਔਰ ਮੈਨੂੰ ਚੰਗੀ ਜੌਬ ਮਿਲ ਗਈ। ਮੇਰਾ ਬੌਸ ਕਹਿੰਦਾ ਟਾਈਮ 'ਤੇ ਆ ਜਾਣਾ, ਮੈਨੂੰ ਪ੍ਰੋਜੈਕਟ ਦਿੱਤਾ ਹੋਇਆ, ਮੈਂ ਟਾਈਮ 'ਤੇ ਜਾਂਦਾ, ਟਾਈਮ 'ਤੇ ਕੰਮ ਕਰਕੇ ਆਉਂਦਾ। ਲੇਕਿਨ ਅੱਜ ਮੈਂ ਘਰੋਂ ਨਿਕਲਿਆ ਔਰ ਸੜਕ ਦੇ ਕਿਨਾਰੇ 'ਤੇ ਮੇਰੇ ਪੜੋਸ ਵਾਲੀ ਮਾਤਾ ਜਾਂ ਮੇਰੇ ਮਿੱਤਰ ਦੀ ਮਾਤਾ ਜਾਂ ਕੋਈ ਇੱਕ ਇਨਸਾਨ, ਉਹਨੂੰ ਮੇਰੀ ਲੋੜ ਸੀ, ਉਹ ਪਾਣੀ ਦਾ ਗਲਾਸ ਮੰਗ ਰਹੀ ਸੀ, ਉਹ ਕਹਿ ਰਹੀ ਸੀ ਹਾਏ ਮੈਨੂੰ ਦਰਦ ਹੋ ਰਿਹਾ, ਸੜਕ ਪਾਰ ਕਰਾ ਦਿਓ, ਮੈਨੂੰ ਹਸਪਤਾਲ ਲੈ ਜਾਓ। ਔਰ ਮੇਰੀ ਅੰਦਰੋਂ ਰੱਬ ਜੀ ਦੀ ਆਵਾਜ਼ ਆਈ, ਇਹ ਮਾਤਾ ਨੂੰ ਆਪਣੀ ਮਾਂ ਸਮਝ ਕੇ ਹਸਪੀਟਲ ਲੈ ਚੱਲ, ਇਹਨੂੰ ਪਾਣੀ ਦਾ ਗਲਾਸ ਦੇ ਦੇ। ਤਾਂ ਰੱਬ ਜੀ ਦੀ ਆਵਾਜ਼ ਹੈ। और जी मेरा मन कहे अबे यहाँ तो रोज रोज कोई ना कोई गिरता रहेगा, तू अपने काम चल, इग्नोर दिस। ओ मन की माता कितना सिंपल हो गया ना, ना वेरी सिंपल। जदों अंदरों मंदा ख्याल आए, इस बंदे नाल नफरत कर, इनू पराया समझ, ए मेरे खून का रिश्ता नहीं है। मन की मत, ਇਹ ਸਾਡਾ ਥਾਟ ਪ੍ਰੋਸੈਸ ਹੈ। ਸਾਈਂ ਮੁਝ में क्या खता, मुखों ना बोले पीर, मेरे अंदर ते रब जी बोलते ने, पर मैं मन की मत, मन की आवाज सुनता हाँ। मन तूती अपनी वजांदा रहिंदा दिन रात, और मनु मन की मत दे अंदर पसंद है किसी दी निंदा करो, आई लाइक इट। तुसी कहो एक बंदे नाल नफरत करनी है, मैं भी तुहाडे नाल खला हो जाऊंगा, और कहो तो 4 बंदे और ले आवांगा, हाँ हम भी नफरत करते हैं। पता नहीं क्यों ਅਸੀਂ ਉਸ ਨਿੰਦਕ ਸੈਮੀਨਾਰ 'ਚ ਵੀ ਸਿੱਖਿਆ ਸੀ, ਕਿਸੇ ਦੀ ਸੁਣ ਕੇ ਕੰਨਾਂ ਦਾ ਕੱਚਾ ਤੇ ਨਿੰਦਕ ਹੁੰਦਾ ਹੀ ਹੈ। ਲੇਕਿਨ ਨਿੰਦਕ ਇਹ ਵੀ ਕਹਿੰਦਾ ਜਦੋਂ ਤੱਕ ਮੈਂ ਆਪਣੇ ਕੰਨਾਂ ਨਾਲ ਨਾ ਸੁਣਾ, ਜਦੋਂ ਤੱਕ ਮੈਂ ਆਪਣੀਆਂ ਹੀ ਅੱਖਾਂ ਨਾਲ ਨਾ ਦੇਖਾਂ, ਮੈਂ ਨਾ ਵਿਸ਼ਵਾਸ ਨਹੀਂ ਕਰਦਾ। ਉਹ ਥੋੜਾ ਡੀਪਰ ਨਿੰਦਕ ਹੁੰਦਾ ਹੈ। ਤੇ ਅਸੀਂ ਸੈਮੀਨਾਰ 'ਚ ਸਿੱਖਿਆ ਸੀ, ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ, क्योंकि तू अंतरजामी नहीं है, तू भरम दा ग्रसिया होया है, तेनू डुअलिटी तृष्णा दी छत चढ़ी हुई है, मंदे ख्यालों दी छत चढ़ी हुई है, तेनू कम्युनल हेट्रेड है हिंदू मुसलमान सिख ईसाई दी, अमीर गरीब दी, गोरा काला दी, धी पुत्र दी, दाज लैण दी, शराब वरताण दी, पता नहीं केड़ी केड़ी पाण तेनू चढ़ी हुई है। सो यू कैन नॉट, इस करके डोंट जज अदर्स। ਅਸੀਂ ਲੋਕਾਂ ਨੂੰ ਬਾਹਰੋਂ ਕੱਪੜਿਆਂ ਤੋਂ ਜੱਜ ਕਰਦੇ ਹਾਂ, ਲੋਕਾਂ ਦੇ ਕੱਪੜੇ ਦੇਖ ਕੇ, ਬ੍ਰਾਂਡ ਨੇਮ ਦੇਖ ਕੇ, ਲੋਕਾਂ ਦੇ ਕੱਪੜੇ ਦੇਖ ਕੇ ਐਕਸਪਲੇਨ ਕਰਦੇ ਹਾਂ ਇਹ ਧਰਮੀ ਹੈ ਜਾਂ ਇਹ ਧਰਮੀ ਨਹੀਂ ਹੈ, ਐਜ਼ ਇਫ ਵੀ ਆਰ ਧਰਮ ਦੇ ਠੇਕੇਦਾਰ ਐਂਡ ਵੀ ਆਰ ਰੱਬ ਜੀ ਦੇ ਇੱਥੇ ਠੇਕੇਦਾਰ ਥਾਪੇ ਹੋਏ ਜੱਜ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਹਜ ਕਾਬੇ ਹੋਏ ਹੋਏ ਗਿਆ, ਮੈਂ ਕਿਤਨੀ ਵਾਰੀ ਗਿਆ ਹਾਂ। ਇਹ ਸਿਰਫ ਕਬੀਰ ਜੀ ਦੀ ਔਰ ਹਜ ਦੀ ਗੱਲ ਨਹੀਂ ਚੱਲ ਰਹੀ, ਆਪਣੇ ਤੇ ਟੁਕਾਣਾ ਓਏ ਮੈਂ ਤੇ ਕਿਤਨੀ ਵਾਰੀ ਗੁਰਦੁਆਰੇ ਗਿਆ। ਕਬੀਰ ਹਜ ਕਾਬੇ ਹੋਏ ਹੋਏ ਗਿਆ, 31 ਬਾਰ ਕਬੀਰ, ਪਤਾ ਨਹੀਂ ਕਿਤਨੀ ਵਾਰੀ। ਪਰ ਪਤਾ ਨਹੀਂ ਮੈਨੂੰ ਰੱਬੀ ਗੁਣ ਨਾਲ ਜੀਣ ਦਾ ਖਿਆਲ ਕਿਉਂ ਨਹੀਂ ਆਉਂਦਾ। ਸਾਈਂ ਮੁਝ में क्या खता है, मुखों न बोले पीर। कबीर साहब कहते ने मेरी वो ना छान वो छापरी नहीं है। कबीर ना मोए छान ना छापरी ना मोए घर नहीं गाँव। साडा ए घर नहीं रहिंदा जदों इस घर दा मालक अंदर ना होवे। जदों मेरा मन बाहर चला जाए ना, लोकां दे अवगुण देखे, लोकां दे बूहे ते बैठा रहे, वो कमांदे किस तरह ने, वो अमीर किवें होए, उन्हां दे घर पुत्तर है, उन्हां दे बच्चे दा विआह हो गया, साडे बच्चे दा नहीं होया, उन्हां दा मकान है साडा नहीं है, अते फिर ये कंपेयर करना फलाना धर्मी है फलाना धर्मी नहीं है, अते धर्म दे ठेकेदार बन जाना। ये सारा जो कुछ है ना, इस दे नाल घर वसाया होया है, पर दरअसल इस वसे हुए घर दा मालक मन बाहर गया होया है। कोठे मंडप माड़ियां पासों चितवियां, ढठियां कम ना आवनी, रैण सखणियां,
जो इतना सुंदर घर बनाया हो और उसका मालिक उसमें रहता ना हो, वो टट्ठण जोग मकान ਹਨ। ਤੇ ਮੇਰਾ ਮਨ ਇੱਥੇ ਰਹਿੰਦਾ ਨਹੀਂ, ਇਸ ਘਰ ਨੂੰ ਵਸਾਉਣਾ ਪਏਗਾ। ਇਸ ਘਰ ਨੂੰ ਵਸਾਉਣ ਵਾਸਤੇ ਕਬੀਰ ਸਾਹਿਬ ਗੁਰੂ ਉਹ ਇਸ ਸ਼ਲੋਕ ਵਿੱਚ ਕਹਿੰਦੇ ਨੇ ਮੇਰਾ ਉਹ ਵਾਲਾ ਘਰ ਮੰਦੇ ਵਾਲਾ ਨਹੀਂ ਰਿਹਾ, ਪਰ ਗੁਰੂ ਸਾਹਿਬ ਇਸ ਘਰ ਨੂੰ ਵਸਾਉਣ ਦੀ ਗੱਲ ਸਿਖਾਉਂਦੇ ਨੇ। ਪੰਜ ਮਨਾਏ ਪੰਜ ਰੁਸਾਏ, ਪੰਜ ਵਸਾਏ ਪੰਜ ਗਵਾਏ, ਇਨ ਬਿਦ ਨਗਰ ਉੱਠਾ ਮੇਰੇ ਭਾਈ। ਇਸ ਤਰ੍ਹਾਂ ਤੇਰਾ ਘਰ ਵਸਦਾ, ਇਸ ਤਰ੍ਹਾਂ ਤੇਰਾ ਨਗਰ ਵਸਦਾ। ਵਰਨਾ ਜੇ ਔਗੁਣਾ ਨਾਲ ਜੀਓ ਬਾਬਾ ਅਬ ਨਾ ਬਸੋਂ ਇਗਾਉਂ। ਸਾਧ ਸੰਗਤ ਜੀ, ਗਾਇਨ ਅਸੀਂ 3 ਸ਼ਲੋਕ ਕੀਤੇ, ਵਕਤ ਮੇਰਾ ਸਾਡੇ ਨੂੰ ਹੋ ਗਿਆ। ਇਸ ਕਰਕੇ ਅਸੀਂ ਇਸ ਲੜੀ ਨੂੰ ਕੱਲ ਇੱਥੋਂ ਅੱਗੇ ਟੋਰਾਂਗੇ। ਨਾ ਮੰਦੇ ਖਿਆਲਾਂ ਦੀ ਛਾਨ, ਨਾ ਮੰਦੇ ਖਿਆਲਾਂ ਦੀ ਛੱਤ, ਨਾ ਮੰਦੇ ਖਿਆਲਾਂ ਦਾ ਘਰ ਤੇ ਨਾ ਮੰਦੇ ਖਿਆਲਾਂ ਦਾ ਗਾਉਂ। ਕਬੀਰ ਸਾਹਿਬ ਕਹਿੰਦੇ ਇਹ ਮੇਰਾ ਨਹੀਂ ਹੈ। ਔਰ ਮੈਂ ਬਣਾਇਆ ਕਿਉਂ ਹੈ? ਇਸ ਤਰੀਕੇ ਦਾ ਸਭ ਕੁਝ ਮੈਂ ਕਿਉਂ ਛੱਡਿਆ ਹੈ? ਕਿਉਂਕਿ ਮੈਂ ਰੱਬ ਜੀ ਨੂੰ ਮਿਲਣਾ ਚਾਹੁੰਦਾ ਹਾਂ ਔਰ ਮੈਂ ਨਹੀਂ ਚਾਹੁੰਦਾ ਮਾਤਰ ਪੁੱਛੇ ਕੌਣ ਹੈ। ਜੇ ਮੈਂ ਆਪਣੇ ਭੈੜੇ ਖਿਆਲਾਂ ਵਾਲੀ ਛੱਤ ਲੈ ਆਇਆ, ਭੈੜੇ ਖਿਆਲਾਂ ਵਾਲਾ ਮਕਾਨ ਲੈ ਆਇਆ, ਭੈੜੇ ਖਿਆਲਾਂ ਵਾਲੀ ਪਰਸਨੈਲਿਟੀ ਲੈ ਆਇਆ, ਭੈੜੇ ਖਿਆਲਾਂ ਵਾਲਾ ਆਪਣੀ ਜ਼ਾਤ ਪਾਤ ਲੈ ਆਇਆ, ਆਪਣਾ ਸਟੇਟਸ ਲੈ ਆਇਆ, ਤੇ ਇਹ ਮੇਰੇ ਔਰ ਰੱਬ ਜੀ ਦੇ ਵਿਚਕਾਰ ਦੀਵਾਰ ਬਣ ਜਾਏਗੀ। I don't want all these IDs should be shown to ਰੱਬ ਜੀ। ਮੈਂ ਨਹੀਂ ਚਾਹੁੰਦਾ ਕਿ ਇਹਨਾਂ ਚੋਂ ਕੁਝ ਵੀ ਮੇਰਾ ਦਿਖਾਇਆ ਜਾਏ। ਇਸ ਕਰਕੇ ਮੈਨੂੰ ਪਹਿਲਾਂ ਹੀ ਇਹ ਕੂੜ ਨੂੰ ਉਤਾਰ ਕੇ ਆ ਰਿਹਾ ਹਾਂ।